हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਤੁਸੀਂ ਦੇਖ ਰਹੇ ਹੋ ਆਪਣਾ ਫਤਰੂ ਇੰਟਰਨੈਸ਼ਨਲ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਵਾਸਤੇ ਹੈ ਜਿਹੜੇ ਜਾਂ ਤਾਂ ਆਪਣੇ ਮਕਾਨ ਦੇ ਵਿੱਚ ਰਹਿ ਰਹੇ ਹਨ ਜਾਂ ਜਿਹੜੇ ਕਿਰਾਏ ਦੇ ਮਕਾਨਾਂ ਦੇ ਵਿੱਚ ਰਹਿ ਰਹੇ ਹਨ। ਮਤਲਬ ਇਹ ਹੈ ਕਿ ਪੂਰਾ ਜਿਹੜਾ ਇੰਡੀਆ ਹੀ ਹੈ, ਇਸ ਦੇ ਕੋਲ ਜਾਂ ਤਾਂ ਆਪਣਾ ਮਕਾਨ ਹੈ ਜਾਂ ਫਿਰ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਹੇ ਹਨ। ਅਤੇ ਬਾਕੀ ਇੰਡੀਆ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਸਰਵੇ ਹੋਇਆ ਸੀ, ਜਦੋਂ ਪਿਛਲੀ ਵਾਰ ਪੋਪੂਲੇਸ਼ਨ ਦੀ ਗਿਣਤੀ ਕੀਤੀ ਗਈ ਸੀ। ਉਹਦੇ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਕਿ ਇੰਡੀਆ ਦੇ ਵਿੱਚ 1.25 ਕਰੋੜ ਤੋਂ ਜ਼ਿਆਦਾ, ਤੁਸੀਂ ਦੇਖ ਸਕਦੇ ਹੋ ਕਿ 1.25 ਕਰੋੜ ਤੋਂ ਜ਼ਿਆਦਾ ਜਿਹੜੇ ਮਕਾਨ ਹਨ ਉਹ ਇਸ ਟਾਈਮ ਖਾਲੀ ਪਏ ਹੋਣ, ਜਿੰਦੇ ਲੱਗੇ ਹੋਏ ਹਨ। ਅਤੇ ਬਹੁਤ ਸਾਰੀਆਂ ਸੰਖਿਆ ਦੇ ਵਿੱਚ ਦੁਕਾਨਾਂ ਖਾਲੀ ਪਈਆਂ ਹੋਈਆਂ, ਲੋਕ ਲੱਗੇ ਹੋਏ ਹਨ। ਉਹਦੇ ਪਿੱਛੇ ਕਾਰਨ ਕੀ ਹੈ ਕਿ ਜਿਹੜੇ ਮਕਾਨ ਮਾਲਿਕ ਜਾਂ ਦੁਕਾਨਾਂ ਦੇ ਮਾਲਕ ਹਨ, ਉਹਨਾਂ ਨੇ ਆਪਣੀਆਂ ਦੁਕਾਨਾਂ ਨੂੰ ਖਾਲੀ ਜਾਂ ਮਕਾਨਾਂ ਨੂੰ ਖਾਲੀ ਕਿਉਂ ਰੱਖਿਆ ਹੈ? ਉਹ ਇਸੇ ਕਰਕੇ ਰੱਖਿਆ ਕਿਉਂਕਿ ਉਹਨਾਂ ਦੇ ਕੋਲ ਜਿਹੜੀ ਸਿਚੁਏਸ਼ਨ ਹੈ ਜੀ ਇਹੋ ਜਿਹੀ ਬਣ ਚੁੱਕੀ ਹੈ, ਜਾਂ ਤਾਂ ਉਹਨਾਂ ਦੇ ਕੋਲ ਮਕਾਨ ਜ਼ਿਆਦਾ ਹਨ ਅਤੇ ਉਹ ਸਾਰਿਆਂ ਦੀ ਵਰਤੋਂ ਨਹੀਂ ਕਰ ਸਕਦੇ, ਜਾਂ ਫਿਰ ਉਹਨਾਂ ਦੇ ਕੋਲ ਕੋਈ ਇਹੋ ਜਿਹੀ ਉਹਨਾਂ ਨੇ ਕਿਤੇ ਬਾਹਰ ਚਲੇ ਗਏ ਹਨ ਅਤੇ ਪਿੱਛੋਂ ਮਕਾਨ ਜਿਹੜਾ ਉਸਨੂੰ ਜਿੰਦਾ ਲਾ ਲਿਆ ਹੈ, ਜਿੱਦਾਂ ਕਿ ਆਪਣੇ ਬਹੁਤ ਸਾਰੇ ਪੰਜਾਬੀ ਲੋਕਾਂ ਦੇ ਨਾਲ ਵੀ ਹੋਇਆ ਹੈ। ਹੁਣ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਬੈਠਾ ਹੋਇਆ ਹੈ ਕਿ ਅਗਰ ਆਪਾਂ ਮਕਾਨ ਜਿਹੜਾ ਹੈ ਜੀ ਕਿਰਾਏ ਦੇ ਉੱਤੇ ਦੇ ਦਿੱਤਾ, ਕਿਉਂਕਿ ਪਿੰਡ ਦੇ ਵਿੱਚ ਜਿਹੜੀ ਗਲੀ ਗਵਾਂਢ ਹੁੰਦਾ ਹੈ ਜਾਂ ਮੁਹੱਲਾ ਹੁੰਦਾ ਹੈ, ਉਹ ਕਈ ਵਾਰੀ ਕੋਈ ਨੂੰ ਪੁੱਛਦੇ ਹਨ ਕਿ ਤੂੰ ਸਾਨੂੰ ਮਕਾਨ ਆਪਣਾ ਕਿਰਾਏ 'ਤੇ ਦੇ ਦੇ, ਅਤੇ ਜਦੋਂ ਤੁਸੀਂ ਬਾਹਰੋਂ ਆਓਗੇ ਜਾਂ ਜਦੋਂ ਤੁਹਾਨੂੰ ਜ਼ਰੂਰਤ ਹੋਏਗੀ ਤਾਂ ਅਸੀਂ ਖਾਲੀ ਕਰ ਦਿਆਂਗੇ। ਅਤੇ ਇਸ ਦੇ ਵਿੱਚ ਕੀ ਹੁੰਦਾ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਬੈਠ ਚੁੱਕਾ ਹੈ ਕਿ ਅਗਰ ਇੱਕ ਵਾਰ ਕਿਸੇ ਨੂੰ ਮਕਾਨ ਕਿਰਾਏ 'ਤੇ ਦੇ ਦਿੱਤਾ ਅਤੇ ਫਿਰ ਜਿਹੜਾ ਖਾਲੀ ਕਰਾਉਣਾ ਬਹੁਤ ਜ਼ਿਆਦਾ ਔਖਾ ਹੋਏਗਾ। ਅਤੇ ਖਾਲੀ ਕਰਾਉਣ ਲੱਗਿਆਂ ਤੁਹਾਨੂੰ ਪਤਾ ਕੋਰਟਾਂ ਦੇ ਚੱਕਰ ਲਾਉਣੇ ਪੈਂਦੇ ਹਨ, ਕੇਸ ਵਗੈਰਾ ਤੱਕ ਵੀ ਹੋ ਜਾਂਦੇ ਹਨ ਅਤੇ ਮਕਾਨ ਖਾਲੀ ਕਈ ਵਾਰ ਨਹੀਂ ਹੁੰਦੇ। ਬਸ ਇਹੀ ਕੁਝ ਬੰਦਿਆਂ ਦੀ ਵਜ੍ਹਾ ਦੇ ਨਾਲ ਜਿਹੜਾ ਹੈ ਜੀ ਸਾਰੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਬਾਕੀ ਇੱਕ ਬੁਰੀ ਤਰਾਸਦੀ ਇਹ ਹੈ ਕਿ ਆਪਣੇ ਇੰਡੀਆ ਦੇ ਵਿੱਚ ਹਰ ਸਟੇਟ ਦੇ ਵਿੱਚ ਜਿਹੜੇ ਨਜ਼ਮ ਜੀ ਕਾਨੂੰਨ ਹਨ ਮਕਾਨਾਂ ਦੇ ਨਾਲ ਸੰਬੰਧਿਤ ਵੀ ਉਹ ਵੱਖੋ ਵੱਖਰੇ ਕਾਨੂੰਨ ਹਨ, ਅਤੇ ਕਈ ਵਾਰ ਜਿਹੜਾ ਕਾਨੂੰਨ ਹੁੰਦਾ ਇਹ ਦੂਜੇ ਕਾਨੂੰਨ ਦੇ ਨਾਲ ਟਕਰਾਉਂਦਾ ਹੈ। ਅਤੇ ਇਹਨਾਂ ਚੀਜ਼ਾਂ ਤੋਂ ਬਚਣ ਦੇ ਵਾਸਤੇ ਇੱਕ ਨਵੀਂ ਚੀਜ਼ ਆ ਰਹੀ ਹੈ ਇੰਡੀਆ ਦੇ ਵਿੱਚ। ਇੱਕ ਨਵਾਂ ਕਾਨੂੰਨ ਜਿਹੜਾ ਹੈ ਜੀ ਬਹੁਤ ਜਲਦੀ ਤੁਹਾਨੂੰ ਮਿਲ ਸਕਦਾ ਹੈ। ਇਹਦੇ ਵਿੱਚ ਇੱਦਾਂ ਹੋਇਆ ਕਿ ਇੱਕ ਇੰਟਰਵਿਊ ਚੱਲ ਰਹੀ ਸੀ ਆਵਾਸ ਸ਼ਹਿਰੀ ਮੰਤਰੀ ਅਤੇ ਜਿਹੜਾ ਸਚਿਵ ਹੁੰਦਾ ਹੈ ਉਹਦੇ ਨਾਲ ਇੱਕ ਔਨਲਾਈਨ TV ਦੇ ਉੱਤੇ ਇੰਟਰਵਿਊ ਹੋਈ ਸੀ, ਅਤੇ ਉਸ TV ਦੇ ਇੰਟਰਵਿਊ ਦੇ ਵਿੱਚ ਜਿਹੜੀ ਜਾਣਕਾਰੀ ਨਿਕਲ ਕੇ ਆਈ ਹੈ, ਸਚਿਵ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਅਨੁਸਾਰ, ਕਿਉਂਕਿ ਜੋ ਵੀ ਅੰਦਰ ਮਹਿਕਮੇ ਵਿੱਚੋਂ ਕੋਈ ਤਿਆਰੀ ਹੋ ਰਹੀ ਹੈ ਤਾਂ ਜਿਹੜੀ ਜਾਣਕਾਰੀ ਹੁੰਦੀ ਹੈ ਸਚਿਵ ਨੂੰ ਪੂਰੀ ਜਾਣਕਾਰੀ ਹੁੰਦੀ ਹੈ ਇਸ ਚੀਜ਼ ਦੀ। ਅਤੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ, ਉਹਨਾਂ ਨੇ ਕਿਹਾ ਹੈ ਕਿ ਬਹੁਤ ਜਲਦੀ ਇੱਕ ਇਹੋ ਜਿਹਾ ਕਾਨੂੰਨ ਆ ਰਿਹਾ ਹੈ ਜਿਹਦੇ ਨਾਲ ਜਿਹੜਾ ਮਕਾਨ ਮਾਲਕ ਹੈ ਉਹ ਵੀ ਫਾਇਦੇ ਵਿੱਚ ਰਹੇਗਾ ਅਤੇ ਜਿਹੜਾ ਕਿਰਾਏਦਾਰ ਹੋਏਗਾ ਉਸ ਨੂੰ ਵੀ ਫਾਇਦਾ ਮਿਲੇਗਾ। ਹੁਣ ਤੁਹਾਨੂੰ ਇਹ ਦੱਸ ਦਈਏ ਕਿ ਕਈ ਜਗ੍ਹਾ ਦੇ ਉੱਤੇ ਇਸ ਨੂੰ ਰੈਂਟ ਐਕਟ ਕੰਟਰੋਲ ਕਹਿੰਦੇ ਹਨ, ਰੈਂਟ ਕੰਟਰੋਲ ਲਾ ਵੀ ਕਿਹਾ ਜਾਂਦਾ ਹੈ, ਜਾਂ ਇਸ ਨੂੰ ਮੱਧ ਪ੍ਰਦੇਸ਼ ਦੇ ਵਿੱਚ ਅਕੋਮੋਡੇਸ਼ਨ ਲਾ ਵੀ ਕਹਿੰਦੇ ਹਨ, ਅਤੇ ਇਸ ਤਰ੍ਹਾਂ ਵੱਖ-ਵੱਖ ਸਟੇਟਾਂ ਦੇ ਵਿੱਚ ਇਸ ਨੂੰ ਕਈ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਹੁਣ ਇਹਦੇ ਵਿੱਚ ਕੀ ਹੋਏਗਾ? ਇਹਦੇ ਵਿੱਚ ਇਸ ਤਰ੍ਹਾਂ ਹੋਏਗਾ ਕਿ ਅਗਰ ਤੁਸੀਂ ਕਿਸੇ ਦੇ ਕੋਲ ਵੀ ਮਕਾਨ ਕਿਰਾਏ 'ਤੇ ਲੈਣ ਵਾਸਤੇ ਜਾਂਦੇ ਹੋ, ਕਿਸੇ ਮਕਾਨ ਮਾਲਕ ਦੇ ਕੋਲ, ਅਗਰ ਤੁਸੀਂ ਦਿੱਲੀ ਵਗੈਰਾ ਦੇ ਵਿੱਚ ਜਾਂਦੇ ਹੋ, ਜਿਹੜੀ ਦਿੱਲੀ ਦੇ ਵਿੱਚ ਸਿਚੁਏਸ਼ਨ ਹੈ ਜੀ ਇਸ ਟਾਈਮ ਦੀ, ਅਗਰ ਕੋਈ ਬੰਦਾ ਕਿਰਾਏ 'ਤੇ ਦਿੱਲੀ ਦੇ ਵਿੱਚ ਮਕਾਨ ਲੈਂਦਾ ਹੈ, ਅਤੇ ਜਿਹੜੇ ਮਕਾਨ ਮਾਲਕ ਹੁੰਦੇ ਹਨ ਉਹ ਤਕਰੀਬਨ 1-1 ਸਾਲ ਦੀ ਜਿਹੜੀ ਡਿਪੋਜ਼ਿਟ ਰਕਮ ਹੈ ਜੀ ਉਹ ਲੋਕਾਂ ਦੇ ਕੋਲੋਂ ਰੁਕਵਾਉਂਦੇ ਹਨ। ਮਤਲਬ ਕੀ ਹੈ ਕਿ ਅਗਰ ਮੰਨ ਲਓ ਕਿ ਮਕਾਨ ਦਾ ਜਿਹੜਾ ਦਿੱਲੀ ਦੇ ਵਿੱਚ ਕਿਰਾਇਆ ਹੈ ਜੀ 10,000 ਰੁਪਈਆ ਪਰ ਮੰਥ, ਤੁਹਾਡੀ ਗੱਲ ਹੁੰਦੀ ਹੈ 10,000 ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ, ਅਤੇ ਜਿਹੜਾ ਮਕਾਨ ਮਾਲਕ ਹੋਏਗਾ ਉਹ ਅਗਰ ਤੁਹਾਡਾ 1 ਸਾਲ ਦਾ ਐਗਰੀਮੈਂਟ ਕਰਦਾ ਹੈ, ਮੰਨ ਲਓ 11 ਮਹੀਨੇ ਦਾ ਜਾਂ 1 ਸਾਲ ਦਾ, ਤਾਂ ਉਹ ਕਹੇਗਾ ਕਿ ਮੈਨੂੰ 1 ਸਾਲ ਦਾ ਜਿਹੜਾ ਕਿਰਾਇਆ ਹੈ ਜਾਂ 11 ਮਹੀਨੇ ਦਾ ਕਿਰਾਇਆ ਹੈ ਐਡਵਾਂਸ ਡਿਪੋਜ਼ਿਟ ਮਨੀ ਦੇ ਰੂਪ ਦੇ ਵਿੱਚ ਚਾਹੀਦਾ, ਮਤਲਬ ਲੱਖ ਰੁਪਈਆ ਤੁਹਾਨੂੰ ਪਹਿਲਾਂ ਦੇਣਾ ਪਏਗਾ। ਹੁਣ ਸਾਰੇ ਲੋਕਾਂ ਦੇ ਵਾਸਤੇ ਇਹ ਚੀਜ਼ ਸੰਭਵ ਨਹੀਂ ਹੁੰਦੀ, ਕਈਆਂ ਦੇ ਕੋਲ ਪੈਸਾ ਹੁੰਦਾ ਅਤੇ ਕਈ ਦੇ ਦਿੰਦੇ ਹਨ, ਅਤੇ ਕਈਆਂ ਦੇ ਕੋਲ ਨਹੀਂ ਡਿਪੋਜ਼ਿਟ ਮਨੀ ਹੁੰਦੀ, ਅਤੇ ਉਹਨਾਂ ਦੇ ਵਾਸਤੇ ਮੁਸ਼ਕਿਲ ਹੈ। ਜੇ ਆਪਾਂ ਯੂਰਪ ਦੀ ਗੱਲ ਕਰੀਏ, ਇੱਥੇ ਯੂਰਪ ਦੇ ਵਿੱਚ ਕੀ ਕਾਨੂੰਨ ਹੈ, ਅਤੇ ਯੂਰਪ ਦੇ ਵਿੱਚ ਜਿਹੜੀ ਡਿਪੋਜ਼ਿਟ ਮਨੀ ਹੈ ਜੀ ਉਹ ਕੋਈ 3 ਮਹੀਨੇ ਪੈਸੇ ਲੈ ਰਿਹਾ ਹੈ ਡਿਪੋਜ਼ਿਟ, ਅਤੇ ਕੋਈ 2 ਮਹੀਨੇ ਦੇ ਪੈਸੇ ਲੈਂਦਾ ਹੈ। ਇੱਥੇ ਯੂਰਪ ਦੇ ਵਿੱਚ ਕਈ ਇਹੋ ਜਿਹੇ ਲੋਕ ਵੀ ਹੁੰਦੇ ਹਨ ਜਿਹੜੇ ਕਿ 1 ਮਹੀਨੇ ਦਾ ਕਿਰਾਇਆ ਹੀ ਲੈਂਦੇ ਹਨ, ਅਤੇ ਕਈ ਇਹੋ ਜਿਹੇ ਵੀ ਹੁੰਦੇ ਹਨ ਕਿ ਜਿਹੜੇ ਡਿਪੋਜ਼ਿਟ ਮਨੀ ਬਿਲਕੁਲ ਨਹੀਂ ਲੈਂਦੇ। ਨੋਰਮਲ ਤੌਰ 'ਤੇ ਜੇ ਆਪਾਂ ਦੇਖੀਏ ਤਾਂ ਡਿਪੋਜ਼ਿਟ ਮਨੀ 3 ਮਹੀਨੇ ਦੀ ਯੂਰਪ ਦੇ ਵਿੱਚ ਚੱਲਦੀ ਹੈ, ਅਤੇ ਉਸ ਤੋਂ ਬਾਅਦ ਨਾਲ ਪਲੱਸ 1 ਮਹੀਨੇ ਦਾ ਕਿਰਾਇਆ ਲਿਆ ਜਾਂਦਾ ਹੈ। ਹੁਣ ਆਪਾਂ ਆਉਂਦੇ ਹਾਂ ਆਪਣੇ ਇੰਡੀਆ ਦੀ ਗੱਲਬਾਤ ਦੇ ਮੁੱਦੇ ਦੇ ਉੱਪਰ। ਹੁਣ ਜਿਹੜਾ ਨਵਾਂ ਕਾਨੂੰਨ ਹੈ ਜੀ ਇਸ ਦੇ ਅਨੁਸਾਰ ਜਿਹੜੀ ਡਿਪੋਜ਼ਿਟ ਮਨੀ ਅਮਾਊਂਟ ਹੋਏਗੀ ਉਹ ਮੈਕਸੀਮਮ 2 ਮਹੀਨੇ ਦੀ ਹੋਏਗੀ। ਕੋਈ ਵੀ ਮਕਾਨ ਮਾਲਕ ਜਿਹੜਾ ਹੈ ਜੀ ਪੂਰੇ ਇੰਡੀਆ ਦੇ ਵਿੱਚ ਜਿਹੜਾ ਕਾਨੂੰਨ ਬਣੇਗਾ ਇੱਕ ਸੇਮ ਕਾਨੂੰਨ ਚੱਲੇਗਾ, ਅਤੇ ਇਹਦੇ ਅਨੁਸਾਰ ਪੂਰੇ ਇੰਡੀਆ ਦੇ ਵਿੱਚ ਕੋਈ ਵੀ ਜਿਹੜਾ ਮਾਲਕ ਹੈ ਉਹ 2 ਮਹੀਨੇ ਤੋਂ ਜ਼ਿਆਦਾ ਜਿਹੜਾ ਕਿਰਾਇਆ ਡਿਪੋਜ਼ਿਟ ਮਨੀ ਕਿਸੇ ਵੀ ਕਿਰਾਏਦਾਰ ਦੇ ਕੋਲੋਂ ਨਹੀਂ ਲੈ ਸਕਦਾ। ਅਗਰ ਉਸ ਦਾ ਸਪੋਜ਼ ਕਰੋ ਕਿ ਮਕਾਨ ਮਾਲਕ ਦਾ ਜਿਹੜਾ ਕਿਰਾਇਆ ਹੈ ਜੀ ਉਹ ਕਿਰਾਏਦਾਰ ਦੇ ਨਾਲ ਫਿੱਟ ਬੈਠ ਗਿਆ ਹੈ, ਅਤੇ ਉਸਨੇ ਕਿਹਾ ਹੈ ਕਿ ਮੈਂ ਤੇਰੇ ਕੋਲੋਂ 4,000 ਰੁਪਈਆ ਮਹੀਨੇ ਦਾ ਕਿਰਾਇਆ ਲਵਾਂਗਾ, ਤਾਂ ਇਸ ਦਾ ਮਤਲਬ ਕੀ ਹੋਵੇਗਾ ਕਿ ਜਦੋਂ ਉਸਨੂੰ ਐਂਟਰ ਹੋਣ ਤੋਂ ਪਹਿਲਾਂ ਮਕਾਨ ਦੇ ਵਿੱਚ 2 ਮਹੀਨੇ ਦਾ ਜਿਹੜਾ ਮੈਕਸੀਮਮ ਅਮਾਊਂਟ ਹੈ ਜੀ ਉਹ ਡਿਪੋਜ਼ਿਟ ਕਰਾਉਣਾ ਪਏਗਾ, ਮਤਲਬ 8,000 ਰੁਪਈਆ ਉਸਨੂੰ ਡਿਪੋਜ਼ਿਟ ਮਨੀ ਦੇ ਰੂਪ ਦੇ ਵਿੱਚ ਮਕਾਨ ਮਾਲਕ ਨੂੰ ਦੇਣਾ ਪਏਗਾ, ਪਲੱਸ 4,000 ਰੁਪਈਆ ਜਿਹੜਾ ਕਿਰਾਇਆ ਹੋਏਗਾ। ਠੀਕ ਹੈ ਜੀ। ਫਿਰ ਜਿਹੜਾ ਕਿਰਾਇਆ ਤਾਂ ਹਰ ਮਹੀਨੇ ਚੱਲਦਾ ਜਾਏਗਾ,
तो ਜਿਹੜਾ 2 ਮਹੀਨੇ ਦਾ ਡਿਪੋਜ਼ਿਟ ਅਮਾਊਂਟ ਹੁੰਦਾ ਹੈ ਉਹ ਫਿਰ ਮਕਾਨ ਮਾਲਕ ਆਪਣੇ ਕੋਲ ਰੱਖਦਾ। ਜਦੋਂ ਜਿਹੜਾ ਕਿਰਾਏਦਾਰ ਹੁੰਦਾ ਮਕਾਨ ਨੂੰ ਖਾਲੀ ਕਰਦਾ ਹੈ ਤਾਂ ਉਸ ਟਾਈਮ ਡਿਪੋਜ਼ਿਟ ਮਨੀ ਹੈ ਜੀ ਉਹ ਵਾਪਸ ਮੋੜ ਦਿੱਤੀ ਜਾਂਦੀ ਹੈ। ਹੁਣ ਇਹਦੇ ਵਿੱਚ ਇੱਕ ਦੂਸਰੀ ਚੀਜ਼ ਹੋਰ ਆ ਰਹੀ ਹੈ ਕਿ ਅਗਰ ਤੁਸੀਂ ਮੰਨ ਲਓ ਕਿਸੇ ਨੂੰ ਮਕਾਨ ਕਿਰਾਏ 'ਤੇ ਦੇ ਦਿੱਤਾ ਹੈ ਤਾਂ ਮਕਾਨ ਮਾਲਕ ਕੀ ਕਰਦੇ ਹਨ ਕਿ ਜਦੋਂ ਦਿਲ ਕਰਦਾ ਹੈ ਉਹਨਾਂ ਦਾ ਉਹ ਕਈ ਵਾਰ ਉਹਨਾਂ ਦੇ ਘਰ ਦਾ ਦਰਵਾਜ਼ਾ ਕਿਰਾਏਦਾਰ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਹਨ ਜਾ ਕੇ। ਅਗਰ ਕੋਈ ਬਿਜਲੀ ਦਾ ਮੀਟਰ ਚੈੱਕ ਕਰਨ ਦੇ ਬਹਾਨੇ ਜਾਂ ਵੈਸੇ ਹੀ ਚੈੱਕ ਕਰਨ ਦੇ ਬਹਾਨੇ ਕਿ ਘਰ ਮੇਰਾ ਕਿਹੋ ਜਿਹਾ ਰੱਖਿਆ ਹੈ ਜਾਂ ਕੋਈ ਵੀ ਮੰਤਵ ਇਸ ਚੀਜ਼ ਦਾ ਹੋ ਸਕਦਾ ਹੈ, ਉਹ ਜਦੋਂ ਦਿਲ ਆਉਂਦਾ ਹੈ ਉਹ ਕਿਰਾਏਦਾਰ ਦੇ ਘਰ ਜਾ ਕੇ ਉਸਦਾ ਜਿਹੜਾ ਕੁੰਡਾ ਹੈ ਜੀ ਉਹ ਖੜਕਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਜਦੋਂ ਮਰਜ਼ੀ ਜਾ ਕੇ ਉੱਥੇ ਰੀਡ ਕਰ ਸਕਦੇ ਹਨ। ਫਿਲਹਾਲ ਜਿਹੜਾ ਹੈ ਜੀ ਇਸੇ ਤਰ੍ਹਾਂ ਚੱਲ ਰਿਹਾ ਹੈ। ਹੁਣ ਇਹਦੇ ਵਿੱਚ ਕਿਰਾਏਦਾਰਾਂ ਦੇ ਵਾਸਤੇ ਗੌਰਮੈਂਟ ਨੇ ਇੱਕ ਦੂਜੀ ਚੀਜ਼ ਹੋਰ ਬਣਾਈ, ਜਿੱਦਾਂ ਕਿ ਪਹਿਲਾਂ ਡਿਪੋਜ਼ਿਟ 2 ਮਹੀਨੇ ਦਾ ਮੈਕਸੀਮਮ ਹੋ ਰਿਹਾ ਹੈ, ਜਿਹੜਾ ਕਾਨੂੰਨ ਨਵਾਂ ਆ ਰਿਹਾ ਹੈ। ਅਤੇ ਹੁਣ ਵੀ ਜਿਹੜਾ ਵਿਜ਼ਿਟ ਹੋਏਗਾ ਅਗਰ ਮਕਾਨ ਮਾਲਿਕ ਕਿਰਾਏਦਾਰ ਦੇ ਘਰ ਜਾ ਰਿਹਾ ਹੈ ਤਾਂ ਉਸਨੂੰ 24 ਘੰਟੇ ਦੇ ਪਹਿਲਾਂ ਇੱਕ ਨੋਟੀਫਿਕੇਸ਼ਨ ਦੇਣਾ ਪਏਗਾ। ਸਪੋਜ਼ ਕਰੋ ਕਿ ਅੱਜ ਮਕਾਨ ਮਾਲਕ ਅਗਰ ਘਰ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਸਨੂੰ ਕੱਲ੍ਹ ਨੂੰ 24 ਘੰਟੇ ਪਹਿਲਾਂ ਇੱਕ ਨੋਟੀਫਿਕੇਸ਼ਨ ਆਪਣੇ ਕਿਰਾਏਦਾਰ ਨੂੰ ਦੇਣਾ ਪਏਗਾ ਕਿ ਮੈਂ ਕੱਲ੍ਹ ਨੂੰ ਤੇਰੇ ਘਰ ਆ ਸਕਦਾ। ਉਸ ਤੋਂ ਪੁੱਛਣਾ ਪਏਗਾ ਕਿ ਕੱਲ੍ਹ ਨੂੰ ਤੇਰੇ ਕੋਲ ਟਾਈਮ ਹੈ, ਅਗਰ ਟਾਈਮ ਹੈ ਤਾਂ ਮੈਂ ਇਸ ਟਾਈਮ ਤੇਰੇ ਘਰ ਦੇ ਵਿੱਚ ਆ ਕੇ ਕੁਝ ਕੰਮ ਹੈ ਮੈਨੂੰ ਅਤੇ ਇਸ ਵਜ੍ਹਾ ਦੇ ਨਾਲ ਮੈਂ ਆਉਣਾ ਚਾਹੁੰਦਾ ਹਾਂ, ਅਗਰ ਤੂੰ ਮੈਨੂੰ ਦੱਸ ਮੈਂ ਕਿੰਨੇ ਵਜੇ ਆ ਸਕਾਂ। ਮਤਲਬ ਕਿਰਾਏਦਾਰ ਤੋਂ ਪੁੱਛਣਾ ਪਏਗਾ, ਉਸਨੂੰ ਨੋਟੀਫਿਕੇਸ਼ਨ ਉਸਨੂੰ ਇਨਫੋਰਮੇਸ਼ਨ ਦੇਣੀ ਪਏਗੀ। ਤੀਜੀ ਚੀਜ਼ ਹੈ ਜੀ ਜਿਹੜੀ ਉਹ ਵੀ ਕਿਰਾਏਦਾਰ ਦੇ ਵਾਸਤੇ ਸਰਕਾਰ ਨੇ ਬਣਾਈ ਹੈ, ਸੋਚ ਰਹੀ ਹੈ ਸਰਕਾਰ ਇਸ ਦੇ ਬਾਰੇ ਕਿ ਕਿਰਾਏਦਾਰ ਜਿਹੜਾ ਹੈ ਜੀ ਉਸ ਨੂੰ 2 ਮਹੀਨੇ ਤੋਂ ਅਗਰ ਕਿਰਾਇਆ ਨਹੀਂ ਦਿੱਤਾ ਤਾਂ ਫਿਰ ਵੀ ਉਹ ਮਕਾਨ ਖਾਲੀ ਨਹੀਂ ਕਰੇਗਾ। ਹੁਣ ਤੁਸੀਂ ਜਦੋਂ ਐਗਰੀਮੈਂਟ ਕਰਦੇ ਹੋ ਕਿਸੇ ਵੀ ਦੇ ਨਾਲ ਉਹਦੇ ਵਿੱਚ ਤੁਸੀਂ ਬਕਾਇਦਾ ਲਿਖ ਦਿਓ ਕਿ ਮਹੀਨੇ ਦਾ ਇੰਨਾ ਕਿਰਾਇਆ ਦੇਣਾ ਪਏਗਾ ਅਤੇ ਇਹ ਚੀਜ਼ਾਂ ਇੱਕ ਮੇਰੇ ਘਰ ਦੇ ਵਿੱਚ ਨਹੀਂ ਕਰ ਸਕਦਾ, ਅਗਰ ਇਹ ਕਿਰਾਇਆ ਨਹੀਂ ਦੇਵੇਗਾ ਤਾਂ ਇਸ ਨੂੰ ਘਰ ਖਾਲੀ ਕਰਨਾ ਪਏਗਾ। ਇਹ ਚੀਜ਼ਾਂ ਐਗਰੀਮੈਂਟ ਦੇ ਵਿੱਚ ਪਹਿਲਾਂ ਲੋਕ ਲਿਖਵਾਉਂਦੇ ਸਨ। ਜਿਹੜਾ ਹੁਣ ਨਵਾਂ ਐਗਰੀਮੈਂਟ ਹੋਏਗਾ ਉਸ ਦੇ ਵਿੱਚ ਵੀ ਚੀਜ਼ਾਂ ਦਾ ਬਕਾਇਦਾ ਚੱਲਣਗੀਆਂ, ਪਰੰਤੂ ਜਿਹੜਾ ਮਕਾਨ ਕਿਰਾਏ 'ਤੇ ਜਿਸ ਨੇ ਲਿਆ ਹੋਇਆ ਉਹ ਮਕਾਨ ਅਗਰ ਖਾਲੀ ਨਹੀਂ ਕਰੇਗਾ, ਅਗਰ 2 ਮਹੀਨੇ ਦਾ ਕਿਰਾਇਆ ਵੀ ਨਹੀਂ ਦਿੱਤਾ ਉਸਨੇ, ਤਾਂ ਤੁਸੀਂ ਹੁਣ ਸੋਚੋਗੇ ਕਿ ਅਗਰ ਉਹ ਮਕਾਨ ਖਾਲੀ ਨਹੀਂ ਕਰੇਗਾ ਤਾਂ ਫਿਰ ਕਿਹੜਾ ਮਕਾਨ ਮਾਲਿਕ ਹੈ ਜੀ ਜਿਹੜਾ ਕਿਸੇ ਨੂੰ ਆਪਣੀ ਦੁਕਾਨ ਜਾਂ ਆਪਣਾ ਘਰ ਕਿਰਾਏ 'ਤੇ ਦੇਵੇਗਾ। ਅਤੇ ਇਹਦੇ ਵਾਸਤੇ ਹੁਣ ਜਿਹੜੀਆਂ ਆਪਾਂ ਗੱਲਾਂ ਕਰਾਂਗੇ ਅੱਗੇ, ਇਹ ਜਿਹੜੇ ਮਕਾਨ ਮਾਲਕਾਂ ਦੇ ਫੇਵਰ ਦੇ ਵਿੱਚ ਹਨ। ਇਹਦੇ ਬਾਰੇ ਵੀ ਸਰਕਾਰ ਨੇ ਸੋਚ ਲਿਆ ਹੈ ਕਿ ਜਿਹੜੇ ਕਿ ਝਗੜੇ ਵਗੈਰਾ ਜ਼ਿਆਦਾ ਵੱਧ ਰਹੇ ਹਨ ਉਹਨਾਂ ਝਗੜਿਆਂ ਨੂੰ ਖ਼ਤਮ ਕਰਨ ਦੇ ਵਾਸਤੇ ਹੁਣ ਜਿਹੜੀ ਮਕਾਨ ਮਾਲਕਾਂ ਦੇ ਵਾਸਤੇ ਜਿਹੜੀ ਚੀਜ਼ ਆ ਰਹੀ ਹੈ ਉਸ ਨੂੰ ਵੀ ਧਿਆਨ ਦੇ ਨਾਲ ਸੁਣਿਓ। ਅਤੇ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਈਓ ਅਤੇ ਘੰਟੀ ਵਾਲਾ ਸਵਿੱਚ ਦਬਾ ਕੇ ਰੱਖਿਓ। ਤਾਂ ਚੱਲਦੇ ਹਾਂ ਹੁਣ ਆਪਾਂ ਮਕਾਨ ਮਾਲਕਾਂ ਨੂੰ ਜਿਹੜੀ ਸੁਵਿਧਾ ਮਿਲਣ ਜਾ ਰਹੀ ਹੈ ਉਸ ਦੇ ਉੱਪਰ। ਉਹ ਇਸ ਤਰ੍ਹਾਂ ਹੈ ਕਿ ਜਿੱਦਾਂ ਕਿ ਮੰਨ ਲਓ ਇਸ ਮਹੀਨੇ ਦਾ ਜਿਹੜਾ ਕਿਰਾਇਆ ਹੈ ਜੀ ਮਕਾਨ ਮਾਲਕ ਨੂੰ ਨਹੀਂ ਮਿਲਦਾ ਹੈ, ਅਗਰ ਜਿਹੜਾ ਕਿਰਾਏਦਾਰ ਹੈ 1 ਮਹੀਨੇ ਦਾ ਕਿਰਾਇਆ ਐਬਸੈਂਟ ਕਰ ਦਿੰਦਾ ਹੈ। ਸਪੋਜ਼ ਕਿ ਉਸਨੇ ਅਗਲੇ ਮਹੀਨੇ ਦਾ ਕਿਰਾਇਆ ਜਿਹੜਾ ਨਹੀਂ ਦਿੱਤਾ ਕਿ ਹੁਣ ਉਹ ਉਸ ਤੋਂ ਅਗਲੇ ਮਹੀਨੇ ਦਾ ਜਿਹੜਾ ਕਿਰਾਇਆ ਹੈ ਉਸ ਨੂੰ ਡਬਲ ਦੇਣਾ ਪਏਗਾ। ਮਤਲਬ ਕੀ ਹੈ, ਮਤਲਬ ਇਸ ਨੂੰ ਆਪਾਂ ਐਗਜ਼ਾਮਪਲ ਦੇ ਨਾਲ ਸਮਝਾਉਂਦੇ ਹਾਂ ਕਿ ਮੰਨ ਲਓ ਇੱਕ ਬੰਦਾ ਹੈ ਜੀ ਉਸਨੇ ਜਨਵਰੀ ਮਹੀਨੇ ਦਾ ਜਿਹੜਾ ਕਿਰਾਇਆ ਹੈ ਉਹ ਨਹੀਂ ਦਿੱਤਾ, ਦਸੰਬਰ ਤੱਕ ਦਾ ਕਿਰਾਇਆ ਉਸਨੇ ਰੈਗੂਲਰ ਦਿੱਤਾ ਹੈ ਅਤੇ ਜਨਵਰੀ ਦੇ ਵਿੱਚ ਉਸਨੇ ਮਕਾਨ ਮਾਲਕ ਨੂੰ ਕਿਰਾਇਆ ਨਹੀਂ ਦਿੱਤਾ ਅਤੇ ਫਰਵਰੀ ਦੇ ਵਿੱਚ ਉਸਨੇ ਸੋਚਿਆ ਕਿ ਕਿਰਾਇਆ ਦੇ ਦਿੰਦੇ ਹਾਂ। ਹੁਣ ਫਰਵਰੀ ਦੇ ਵਿੱਚ ਉਸਨੂੰ ਜਿਹੜਾ ਜਨਵਰੀ ਦਾ ਕਿਰਾਇਆ ਹੈ ਜੀ ਉਹ ਤਾਂ ਦੇਣਾ ਹੀ ਪਏਗਾ, 400 ਰੁਪਇਆ ਮਹੀਨਾ ਜਿੰਨਾ ਉਹਨਾਂ ਦਾ ਪਹਿਲਾਂ ਬੈਠਾ 4000 ਰੁਪਇਆ ਮਹੀਨਾ ਜੋ ਵੀ ਹੈ, ਪਲੱਸ ਜਿਹੜਾ ਅਗਲਾ ਕਿਰਾਇਆ ਹੋਏਗਾ ਜੀ 1 ਮਹੀਨਾ ਗੈਪ ਪਾਉਣ ਦੇ ਨਾਲ ਉਸਨੂੰ ਜਿਹੜਾ ਅਗਲੇ ਮਹੀਨੇ ਦਾ ਕਿਰਾਇਆ ਉਹ ਡਬਲ ਦੇਣਾ ਪਏਗਾ। ਮਤਲਬ ਡਬਲ ਕਿਰਾਇਆ ਉਸ 8000 ਹੋ ਜਾਏਗਾ ਪ੍ਰਤੀ ਮਹੀਨਾ ਅਤੇ 4000 ਪਲੱਸ ਪੁਰਾਣਾ, ਇਸ ਤਰ੍ਹਾਂ ਉਸਨੂੰ 12000 ਰੁਪਈਆ ਦੇਣਾ ਪਏਗਾ ਅਗਰ 1 ਮਹੀਨਾ ਉਹ ਗੈਪ ਵਿੱਚ ਪਾਉਂਦਾ ਹੈ। ਪੁਰਾਣਾ ਕਿਰਾਇਆ ਵੀ ਉਸਨੂੰ ਦੇਣਾ ਪਏਗਾ ਅਤੇ ਉਸ ਤੋਂ ਬਾਅਦ ਅਗਰ ਉਹ 2 ਮਹੀਨੇ ਦਾ ਕਿਰਾਇਆ ਨਹੀਂ ਦਿੰਦਾ, 3 ਮਹੀਨੇ ਦਾ ਕਿਰਾਇਆ ਨਹੀਂ ਦਿੰਦਾ ਅਤੇ ਮਕਾਨ ਮਾਲਕ ਜਿਹੜਾ ਜੀ ਉਸ ਕਿਰਾਏ ਨੂੰ 3 ਗੁਣਾ ਕਰ ਸਕਦਾ ਹੈ। ਫਿਰ ਵੀ ਅਗਰ ਉਹ ਕਿਰਾਇਆ ਨਹੀਂ ਦੇ ਰਿਹਾ ਤਾਂ ਜਿਹੜਾ ਮਕਾਨ ਮਾਲਕ ਹੈ ਜੀ ਕਾਨੂੰਨੀ ਤੌਰ 'ਤੇ ਨੋਟਿਸ ਦੇ ਨਾਲ ਉਸਨੂੰ 4 ਗੁਣਾ ਕਿਰਾਇਆ ਕਰ ਸਕਦਾ ਹੈ। ਉਸ ਤੋਂ ਬਾਅਦ ਉਹ ਬੰਦਾ ਜਿੰਨਾ ਟਾਈਮ ਵੀ ਮਕਾਨ ਦੇ ਵਿੱਚ ਰਹਿਣਾ ਚਾਹਵੇ ਰਹਿ ਸਕਦਾ ਹੈ, ਕੋਈ ਉਸਨੂੰ ਇਹ ਨਹੀਂ ਕਹੇਗਾ ਕਿ ਤੂੰ ਮਕਾਨ ਖਾਲੀ ਕਰਕੇ ਜਾ। ਜਿਹੜਾ ਕਿਰਾਇਆ ਹੋਏਗਾ ਜੀ ਉਸ ਤੋਂ 4 ਗੁਣਾ ਉੱਪਰ ਹੋ ਜਾਏਗਾ ਅਤੇ ਉਸਨੂੰ 4 ਗੁਣਾ ਦੇ ਹਿਸਾਬ ਦੇ ਨਾਲ ਜਿਹੜੇ ਪੈਸੇ ਹਨ ਉਹ ਦੇਣੇ ਪੈਣਗੇ, ਕਿਉਂਕਿ ਐਗਰੀਮੈਂਟ ਦੇ ਵਿੱਚ ਜਿੰਨਾ ਅਗਰ ਲਿਖਿਆ ਹੋਇਆ ਟਾਈਮ ਤੋਂ ਉਸ ਤੋਂ ਪਹਿਲਾਂ ਜਿਹੜਾ ਮਕਾਨ ਹੈ ਮਕਾਨ ਮਾਲਕ ਵੀ ਉਸਨੂੰ ਖਾਲੀ ਨਹੀਂ ਕਰਾ ਸਕਦਾ। ਇੱਕ ਚੀਜ਼ ਇਹ ਵੀ ਇਸ ਦੇ ਵਿੱਚ ਐਡ ਕੀਤੀ ਜਾ ਰਹੀ ਹੈ। ਬਾਕੀ ਅਗਰ ਐਗਰੀਮੈਂਟ ਖ਼ਤਮ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਮਕਾਨ ਮਾਲਕ ਨੂੰ ਕਿਰਾਇਆ ਨਹੀਂ ਮਿਲ ਰਿਹਾ, ਕਿਰਾਏਦਾਰ ਉਸਨੂੰ ਕਿਰਾਇਆ ਨਹੀਂ ਦੇ ਰਿਹਾ, ਤਾਂ ਫਿਰ ਉਹ 4 ਗੁਣਾ ਤੱਕ ਜਿਹੜਾ ਕਿਰਾਇਆ ਹੈ ਜੀ ਕਾਨੂੰਨੀ ਤਰੀਕੇ ਦੇ ਅਨੁਸਾਰ ਲੈ ਸਕਦਾ ਹੈ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇੱਕ ਕਿਰਾਏਦਾਰ ਨੂੰ 4 ਗੁਣਾ ਕਿਰਾਇਆ ਦੇਣਾ ਪਏਗਾ ਇੱਕ ਮਕਾਨ ਦੇ ਵਿੱਚ ਰਹਿਣ ਦੇ ਵਾਸਤੇ, ਉਹ ਵੀ ਕਾਨੂੰਨੀ ਤੌਰ 'ਤੇ, ਤਾਂ ਉਸਨੂੰ ਕੋਈ ਨਹੀਂ ਕਹੇਗਾ ਕਿ ਤੂੰ ਮੇਰਾ ਮਕਾਨ ਖਾਲੀ ਕਰ ਦੇ, ਕਿਰਾਇਆ 4 ਗੁਣਾ ਹੋ ਜਾਏਗਾ ਬਾਜ਼ਾਰੀ ਰੇਟ ਤੋਂ। ਅਤੇ ਫਿਰ ਕਿਹੜਾ ਇਹੋ ਜਿਹਾ ਕਿਰਾਏਦਾਰ ਹੋਏਗਾ ਜਿਹੜਾ ਤੁਹਾਡੇ ਮਕਾਨ ਦੇ ਵਿੱਚ ਬੈਠਾ ਰਹੇਗਾ? ਉਹ ਆਪਣੇ ਆਪ ਹੀ ਮਕਾਨ ਨੂੰ ਛੱਡ ਕੇ ਬਾਹਰ ਦੌੜੇਗਾ ਅਤੇ ਹੋਰ ਜਗ੍ਹਾ ਦੇ ਉੱਤੇ ਮਕਾਨ ਲੱਭਣ ਦੀ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਜਿਹੜਾ ਨਵਾਂ ਕਾਨੂੰਨ ਬਣ ਰਿਹਾ ਜਿਹੜਾ ਬਹੁਤ ਜਲਦੀ ਇਸ ਦੇ ਜਿਹੜੇ ਦਰਸ਼ਨ ਲੋਕਾਂ ਨੂੰ ਹੋ ਸਕਦੇ ਹਨ ਅਤੇ ਜਿਹੜਾ ਕਾਨੂੰਨ ਹੈ ਜੀ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਮਕਾਨ ਮਾਲਕਾਂ ਦੇ ਹੱਕ ਦੇ ਵਿੱਚ ਵੀ ਹੈ ਅਤੇ ਕਿਰਾਏਦਾਰਾਂ ਦੇ ਹੱਕ ਦੇ ਵਿੱਚ ਵੀ ਹੈ।
इस तरह ਜਿਹੜੇ ਇਹਨਾਂ ਦਾ ਆਪਸ ਵਿੱਚ ਮਤਲਬ ਬੜਾ ਸੋਚ ਸਮਝ ਕੇ ਜਿਹੜਾ ਕਾਨੂੰਨ ਹੈ ਜੀ ਇਹ ਬਣਾ ਰਹੀ ਹੈ ਸਰਕਾਰ। ਅਤੇ ਹੋ ਸਕਦਾ ਹੈ ਕੁਝ ਸਮੇਂ ਦੇ ਵਿੱਚ ਇਸ ਦੇ ਬਾਰੇ ਆਪਾਂ ਨੂੰ ਜਾਣਕਾਰੀ ਮਿਲ ਜਾਵੇ ਕਿ ਫਲਾਣਾ ਜਿਹੜਾ ਕਾਨੂੰਨ ਹੈ ਜੀ ਉਹ ਆ ਚੁੱਕਾ ਹੈ। ਤੋ ਵੀਡੀਓ ਦੇਖੀ ਇਸ ਦੇ ਵਾਸਤੇ ਧੰਨਵਾਦ।